ਮੇਰਾ ਨਾਮ ਸ਼ੀਲੂ ਹੈ। ਮੈਂ ਅਨਾਥ ਆਸ਼ਰਮ ਦੀ ਸਫਾਈ ਕਰਦੀ ਹਾਂ। ਇੱਥੇ ਗਰੀਬ ਕੁੜੀਆਂ ਆਪਣਾ ਅਜਿਹਾ ਸਮਾਨ ਕੂੜੇ ਵਿੱਚ ਸੁੱਟ ਦਿੰਦੀਆਂ ਹਨ ਜਿਸ ਦੀ ਕੀਮਤ 1,50,00,000 ਰੁਪਏ। ਇਹ ਜਾਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਮੈਂ ਅੱਜ ਰਾਤ ਪੈਸੇ ਲਈ ਕੁਝ ਅਜਿਹਾ ਕਰਨ ਜਾ ਰਹੀ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਦੇ ਨਤੀਜੇ ਕਿੰਨੇ ਖਤਰਨਾਕ ਹੋ ਸਕਦੇ ਹਨ। ਨੰਦਨੀ ਮੈਨੂੰ ਸਮਝਾਉਂਦੇ ਹੋਏ ਕਹਿਣ ਲੱਗੀ, ਇਹ ਸਿਰਫ ਤੁਸੀਂ ਜਾਣਦੇ ਹੋ ਕਿ ਤੁਸੀਂ ਕੀ ਕਰ ਰਹੇ ਹੋ। ਮੈਂ ਉਸ ਨੂੰ ਕਿਹਾ, ਹਾਂ ਮੈਨੂੰ ਪਤਾ ਹੈ ਮੈਂ ਕੀ ਕਰ ਰਹੀ ਹਾਂ। ਬਿਹਤਰ ਹੋਵੇਗਾ ਜੇਕਰ ਤੁਸੀਂ ਮੈਨੂੰ ਇਹ ਨਾ ਸਮਝਾਓ ਕਿ ਮੈਂ ਕੀ ਕਰਨਾ ਹੈ ਅਤੇ ਕੀ ਨਹੀਂ। ਹਾਂ, ਜੇਕਰ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਦੱਸੋ ਅਤੇ ਮੈਂ ਤੁਹਾਨੂੰ ਇਸ ਪੈਸਿਆਂ ਵਿੱਚੋਂ ਤੁਹਾਡਾ ਹਿੱਸਾ ਦੇ ਦੇਵਾਂਗੀ। ਪਰ ਨੰਦਨੀ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਨਹੀਂ, ਮੈਂ ਪੈਸਿਆਂ ਦੇ ਲਾਲਚ ਲਈ ਅਜਿਹਾ ਬਿਲਕੁਲ ਨਹੀਂ ਕਰਾਂਗੀ। ਮੈਂ ਕਿਹਾ, ਤੁਹਾਡੀ ਮਰਜ਼ੀ, ਜੋ ਚਾਹੇ ਕਰੋ। ਦੋਸਤ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਕਿ ਤੈਨੂੰ ਸਹੀ ਗਲਤ ਦਾ ਫਰਕ ਸਮਝਾਉਣਾ। ਅੱਗੇ ਤੁਸੀਂ ਜਾਣੋ ਤੁਹਾਡਾ ਕੀ ਕੰਮ। ਇਹ ਕਹਿ ਕੇ ਨੰਦਨੀ ਚਲੀ ਗਈ। ਮੈਂ ਸਾਰੇ ਕੈਮਰੇ ਬੰਦ ਕਰ ਦਿੱਤੇ ਸਨ ਅਤੇ ਰਾਤ ਦੇ ਇਸ ਸਮੇਂ ਅਨਾਥ ਆਸ਼ਰਮ ਵਿੱਚ ਸਨਾਟਾ ਸੀ। ਮੈਂ ਦਰਵਾਜ਼ੇ ਤੇ ਪਹਿਰਾ ਦੇ ਰਹੀ ਸੀ, ਪਰ ਮੈਂ ਅਨਾਥ ਆਸ਼ਰਮ ਦੀ ਪਹਿਰੇਦਾਰੀ ਨਹੀਂ ਕਰ ਰਹੀ ਸੀ। ਮੈਂ ਤਾਂ ਉਸ ਜਵਾਨ ਕੁੜੀ ਜਿਸ ਦੀ ਉਮਰ 24 ਸਾਲਾਂ ਦੀ ਸੀ, ਉਸ ਦੀ ਚੌਕੀਦਾਰ ਵਜੋਂ ਕੰਮ ਕਰ ਰਹੀ ਸੀ। ਕੁਝ ਦੇਰ ਬਾਅਦ ਮੈਂ ਆਪਣਾ ਸਮਾਨ ਲੈ ਕੇ ਦਰਵਾਜ਼ੇ ਵੱਲ ਆਈ ਤਾਂ ਉਹ ਮੈਨੂੰ ਬਹੁਤ ਸਾਰੇ ਪੈਸੇ ਦੇ ਕੇ ਇੱਕ ਲੜਕੇ ਦੇ ਨਾਲ ਚਲੀ ਗਈ। ਸਵੇਰੇ ਮੈਂ ਅਨਾਥ ਆਸ਼ਰਮ ਦੇ ਸਾਰੇ ਕਮਰਿਆਂ ਦੀ ਰੋਜ਼ਾਨਾ ਵਾਂਗ ਸਫਾਈ ਕਰ ਰਹੀ ਸੀ। ਮੈਂ ਤੇਜ਼ੀ ਨਾਲ ਸਾਰਾ ਕੂੜਾ ਇੱਕ ਵੱਡੇ ਬੈਗ ਵਿੱਚ ਪਾ ਰਹੀ ਸੀ। ਜਦੋਂ ਬਾਹਰੋਂ ਰੌਲੇ ਦੀ ਆਵਾਜ਼ ਮੇਰੇ ਕੰਨਾਂ ਤੱਕ ਪਹੁੰਚੀ ਤਾਂ ਮੈਂ ਜਲਦੀ ਸਾਰਾ ਕੰਮ ਮੁਕਾ ਕੇ ਬਾਹਰ ਚਲੀ ਗਈ। ਸਾਰਾ ਕੰਮ ਕਰਨ ਵਾਲੀਆਂ ਕੁੜੀਆਂ ਉੱਥੇ ਮੌਜੂਦ ਸਨ। ਸਾਡੇ ਯਤੀਮਖਾਨੇ ਦੀ ਮਾਲਕਣ ਬੜੀ ਸਖਤ ਸੀ। ਉਸ ਦੀ ਇਕੱਲੀ ਆਵਾਜ਼ ਤੋਂ ਹਰ ਕੋਈ ਡਰ ਜਾਂਦਾ ਸੀ। ਉਹ ਉੱਚੀ ਚੀਕ ਰਹੀ ਸੀ ਕਿ ਮੈਨੂੰ ਦੱਸੋ ਕਿ ਪਾਰੁਲ ਨੂੰ ਇੱਥੋਂ ਭੱਜਣ ਵਿੱਚ ਕਿਸ ਨੇ ਮਦਦ ਕੀਤੀ ਹੈ। ਉਹ ਇੱਥੋਂ ਕਿਵੇਂ ਭੱਜ ਗਈ ਮੇਰੀ ਆਗਿਆ ਤੋਂ ਬਿਨਾਂ। ਕੋਈ ਬਾਹਰ ਕਿਵੇਂ ਨਿਕਲ ਸਕਦਾ ਹੈ। ਆਖਰ ਪਾਰੁਲ ਇੱਥੋਂ ਗਈ ਕਿਵੇਂ ਅਤੇ ਗਈ ਕਿੱਥੇ। ਉਸ ਨੂੰ ਧਰਤੀ ਖਾ ਗਈ ਜਾਂ ਅਸਮਾਨ ਨਿਗਲ ਗਿਆ। ਨੰਦਨੀ ਚੁੱਪਚਾਪ ਮੇਰੇ ਵੱਲ ਦੇਖਦੀ ਰਹੀ ਕਿਉਂਕਿ ਪਾਰੁਲ ਦੇ ਭੱਜਣ ਬਾਰੇ ਨੰਦਨੀ ਅਤੇ ਮੇਰੇ ਤੋਂ ਇਲਾਵਾ ਕਿਸੇ ਨੂੰ ਪਤਾ ਨਹੀਂ ਸੀ ਕਿ ਕਿਸ ਦਾ ਹੱਥ ਹੈ। ਪਰ ਮੈਡਮ ਪੁਲਿਸ ਦੀ ਧਮਕੀ ਦੇ ਕੇ ਗੁੱਸੇ 'ਚ ਉੱਥੋਂ ਚਲੀ ਗਈ ਅਤੇ ਸਾਰੇ ਆਪੋ ਆਪਣੇ ਕੰਮਾਂ ਤੇ ਲੱਗ ਗਏ। ਮੈਂ ਨੰਦਨੀ ਵੱਲ ਦੇਖ ਕੇ ਮੁਸਕਰਾ ਰਹੀ ਸੀ। ਫਿਰ ਮੈਂ ਵੀ ਆਪਣੇ ਕੰਮ ਤੇ ਚਲੀ ਗਈ। ਖਾਣੇ ਦੇ ਸਮੇਂ ਮੈਂ ਅਤੇ ਨੰਦਨੀ ਇਕੱਠੇ ਖਾਣਾ ਖਾ ਰਹੇ ਸੀ। ਨੰਦਨੀ ਨੇ ਕਿਹਾ, ਯਾਰ ਕਿੰਨਾ ਸਮਾਂ ਬੀਤ ਗਿਆ ਤੇਰੇ ਤੇ ਮੇਰਾ ਅਨਾਥ ਆਸ਼ਰਮ ਵਿੱਚ ਕੰਮ ਕਰਦੇ ਹੋਏ, ਪਰ ਤੇਰੇ ਵਿੱਚ ਅੱਜ ਤੱਕ ਕੋਈ ਸੁਧਾਰ ਨਹੀਂ ਆਇਆ। ਮੈਂ ਨੰਦਨੀ ਨੂੰ ਜਵਾਬ ਦਿੱਤਾ ਕਿ ਗਰੀਬੀ ਬੰਦੇ ਨੂੰ ਇੰਨੀ ਬੇਵੱਸ ਕਰ ਦਿੰਦੀ ਹੈ, ਕੋਈ ਵੀ ਕੰਮ ਕਰਨ ਤੋਂ ਨਹੀਂ ਡਰਦਾ। ਹੁਣ ਉਹ ਕੰਮ ਸਹੀ ਹੋ ਜਾਂ ਗਲਤ, ਅਜਿਹਾ ਕੰਮ ਕਰਨ ਨਾਲ ਕੀ ਫਰਕ ਪੈਂਦਾ ਹੈ ਜਦੋਂ 2 ਜਾਂ 4 ਵੱਧ ਮਿਲਦੇ ਹਨ। ਇਸ ਲਈ ਇਸ ਵਿੱਚ ਬੁਰਾ ਕੀ ਹੈ। ਇਹ ਸੁਣ ਕੇ ਨੰਦਨੀ ਨੇ ਕਿਹਾ, ਦੇਖਣਾ ਇੱਕ ਦਿਨ ਤੈਨੂੰ ਇਹਨਾਂ ਕੰਮਾਂ ਦਾ ਬਹੁਤ ਮਾੜਾ ਨਤੀਜਾ ਭੁਗਤਣਾ ਪਵੇਗਾ। ਮੈਨੂੰ ਨਹੀਂ ਪਤਾ ਸੀ ਕਿ ਮੈਂ ਆਪਣੇ ਲਈ ਮੁਸੀਬਤ ਨੂੰ ਸੱਦਾ ਦੇ ਰਹੀ ਸੀ। ਨੰਦਨੀ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਮੈਂ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲੀ ਗਈ। ਕੂੜੇ ਦਾ ਥੈਲਾ ਕੱਢਿਆ, ਉਸ ਵਿੱਚੋਂ ਵਰਤੇ ਹੋਏ ਸਮਾਨ ਨੂੰ ਵੱਖ ਕੀਤਾ ਅਤੇ ਕੂੜਾ ਸੁੱਟ ਦਿੱਤਾ। ਰੋਜ਼ ਵਾਂਗ ਮੈਂ ਉਸ ਕਬਾੜੀਏ ਨੂੰ ਬੁਲਾਇਆ ਅਤੇ ਉਹ ਸਮਾਨ ਉਸ ਨੂੰ ਵੇਚ ਦਿੱਤਾ। ਇਸ ਤੋਂ ਪਹਿਲਾਂ ਮੈਨੂੰ ਕੋਈ ਦੇਖ ਨਾ ਲਵੇ, ਮੈਂ ਸਭ ਕੁਝ ਵੇਚ ਕੇ ਉਸ ਨੂੰ ਇਹ ਕਹਿ ਕੇ ਵਿਦਾ ਕਰ ਦਿੱਤਾ ਕਿ ਮੈਂ ਤੁਹਾਡੇ ਤੋਂ ਪੈਸੇ ਬਾਅਦ ਵਿੱਚ ਲੈ ਲਵਾਂਗੀ। ਜਦੋਂ ਮੈਂ ਅਨਾਥ ਆਸ਼ਰਮ ਵੱਲ ਮੁੜ ਕੇ ਦੇਖਿਆ ਤਾਂ ਨੰਦਨੀ ਮੇਰੇ ਵੱਲ ਦੇਖ ਕੇ ਹੱਸ ਰਹੀ ਸੀ ਅਤੇ ਹੱਸਦੀ ਹੋਈ ਚਲੀ ਗਈ। ਇਸ ਅਨਾਥ ਆਸ਼ਰਮ ਵਿੱਚ ਕੰਮ ਕਰਨ ਵਾਲਿਆਂ ਲਈ ਵੱਖਰੇ ਕਮਰੇ ਬਣਾਏ ਗਏ ਸਨ। ਅਸੀਂ ਇੱਥੇ ਰਹਿੰਦੇ ਸੀ ਅਤੇ ਸਵੇਰ ਤੋਂ ਸ਼ਾਮ ਤੱਕ ਯਤੀਮਖਾਨੇ ਵਿੱਚ ਆਪਣੀ ਡਿਊਟੀ ਪੂਰੀ ਕਰਦੇ ਸੀ, ਜਿਸ ਦੇ ਬਦਲੇ ਸਾਨੂੰ ਹਰ ਮਹੀਨੇ ਤਨਖਾਹ ਮਿਲਦੀ ਸੀ। ਇਹ ਤਨਖਾਹ ਇੰਨੀ ਸੀ ਕਿ ਅਸੀਂ ਗੁਜ਼ਾਰਾ ਹੀ ਕਰ ਸਕਦੇ ਸੀ। ਪਰ ਮੈਂ ਇਕੱਲੀ ਨਹੀਂ ਸੀ ਜੋ ਇਸ ਤੇ ਗੁਜ਼ਾਰਾ ਕਰਦੀ, ਕੋਈ ਹੋਰ ਵੀ ਸੀ ਜਿਸ ਦੇ ਖਰਚੇ ਮੈਂ ਪੂਰੇ ਕਰਨੇ ਸੀ। ਮੈਂ ਰਾਤ ਨੂੰ ਸੌਂਦੇ ਸਮੇਂ ਸ਼ੁਭਮ ਨਾਲ ਮੋਬਾਈਲ ਤੇ ਗੱਲਾਂ ਕਰਦੀ ਰਹਿੰਦੀ ਸੀ ਅਤੇ ਸਾਰੀ ਰਾਤ ਬੀਤ ਜਾਂਦੀ ਪਤਾ ਹੀ ਨਾ ਲੱਗਦਾ। ਸਵੇਰੇ ਜਦੋਂ ਨੰਦਨੀ ਦੀ ਅੱਖ ਖੁੱਲਦੀ ਤਾਂ ਉਹ ਕਹਿੰਦੀ ਕਿ ਸ਼ੁਭਮ ਨਾਲ ਗੱਲਾਂ ਕਰਨ ਨਾਲ ਹੀ ਤੇਰੀਆਂ ਰਾਤਾਂ ਖਤਮ ਹੋ ਜਾਣਗੀਆਂ, ਤੇ ਮੈਂ ਹੱਸ ਕੇ ਹਾਂ ਵਿੱਚ ਸਿਰ ਹਿਲਾ ਦਿੰਦੀ। ਅਸੀਂ ਆਪਣਾ ਪਹਿਰਾਵਾ ਪਾ ਕੇ ਆਪਣੀ ਡਿਊਟੀ ਲਈ ਅਨਾਥ ਆਸ਼ਰਮ ਚਲੇ ਗਏ। ਮੈਡਮ ਦੇ ਦਫ਼ਤਰ ਵਿੱਚ ਕੁਝ ਲੋਕ ਗੱਲਾਂ ਕਰ ਰਹੇ ਸਨ। ਮੈਂ ਨੰਦਨੀ ਨੂੰ ਕਿਹਾ ਕਿ ਤੁਸੀਂ ਜਾਓ,
ਮੈਂ ਆ ਜਾਵਾਂਗੀ। ਮੈਂ ਬਾਹਰੋਂ ਕੰਨ ਲਾ ਕੇ ਇਹ ਸੁਣਨ ਦੀ ਕੋਸ਼ਿਸ਼ ਕੀਤੀ ਕਿ ਦਫ਼ਤਰ ਦੇ ਅੰਦਰ ਕੀ ਗੱਲ ਚੱਲ ਰਹੀ ਹੈ। ਇੱਕ ਜੋੜਾ ਜਿਸ ਦੇ ਕੋਈ ਔਲਾਦ ਨਹੀਂ ਸੀ, ਉਹ ਬੱਚਾ ਗੋਦ ਲੈਣ ਦੀ ਗੱਲ ਕਰ ਰਹੀ ਸੀ। ਮੈਡਮ ਉਹਨਾਂ ਨੂੰ ਕੁਝ ਨਿਯਮ ਦੱਸ ਰਹੀ ਸੀ। ਜਿਵੇਂ ਹੀ ਦੋਵੇਂ ਪਤੀ ਪਤਨੀ ਮੈਡਮ ਨਾਲ ਗੱਲ ਕਰਨ ਤੋਂ ਬਾਅਦ ਬਾਹਰ ਆਏ ਤਾਂ ਮੈਂ ਇੱਕ ਪਾਸੇ ਲੁਕ ਗਈ ਤਾਂ ਕਿ ਕੋਈ ਮੈਨੂੰ ਦੇਖ ਨਾ ਲਵੇ। ਜਦੋਂ ਮੈਂ ਪਤੀ ਪਤਨੀ ਨੂੰ ਦੇਖਿਆ ਤਾਂ ਉਹ ਦੋਵੇਂ ਆਪਣੇ ਕੱਪੜਿਆਂ ਤੋਂ ਬਹੁਤ ਅਮੀਰ ਲੱਗ ਰਹੇ ਸਨ। ਮੈਂ ਫਟਾਫਟ ਉਹਨਾਂ ਦੋਵਾਂ ਦੇ ਪਿੱਛੇ ਪਿੱਛੇ ਅਨਾਥ ਆਸ਼ਰਮ ਤੋਂ ਬਾਹਰ ਆ ਗਈ ਅਤੇ ਉਹਨਾਂ ਨਾਲ ਗੱਲਾਂ ਕਰਦੀ ਰਹੀ। ਕੁਝ ਸਮੇਂ ਬਾਅਦ ਉਸਦੇ ਪਤੀ ਨੇ ਮੈਨੂੰ ਐਡਵਾਂਸ ਦੇ ਤੌਰ ਤੇ ਬਹੁਤ ਸਾਰੇ ਪੈਸੇ ਦੇ ਦਿੱਤੇ ਅਤੇ ਉਹ ਚਲੇ ਗਏ। ਮੈਂ ਜਲਦੀ ਨਾਲ ਮੈਡਮ ਕੋਲ ਗਈ ਅਤੇ ਉਸਨੂੰ ਸਾਰੀ ਗੱਲ ਦੱਸੀ ਅਤੇ ਮੈਡਮ ਨੇ ਤੁਰੰਤ ਮੈਨੂੰ ਆਗਿਆ ਦੇ ਦਿੱਤੀ। ਅਗਲੇ ਦਿਨ ਦੋਵੇਂ ਪਤੀ ਪਤਨੀ ਯਤੀਮਖਾਨੇ ਦੇ ਬਾਹਰ ਮੇਰਾ ਇੰਤਜ਼ਾਰ ਕਰ ਰਹੇ ਸਨ। ਮੈਂ ਉਹਨਾਂ ਨੂੰ ਇੱਕ ਬੱਚਾ ਦਿੱਤਾ ਅਤੇ ਉਹਨਾਂ ਨੇ ਮੈਨੂੰ ਪੈਸਿਆਂ ਨਾਲ ਭਰਿਆ ਇੱਕ ਅਟੈਚੀ ਦਿੱਤਾ ਅਤੇ ਉਹ ਚਲੇ ਗਏ ਅਤੇ ਮੈਂ ਜਲਦੀ ਨਾਲ ਆਪਣੇ ਕਮਰੇ ਵਿੱਚ ਆ ਗਈ। ਉਹ ਅਟੈਚੀ ਮੈਂ ਖੋਲ ਹੀ ਰਹੀ ਸੀ ਤਾਂ ਨੰਦਨੀ ਵੀ ਉੱਥੇ ਆ ਗਈ ਅਤੇ ਨੰਦਨੀ ਹੈਰਾਨ ਹੋ ਗਈ ਜਦੋਂ ਉਸਨੇ ਮੈਨੂੰ ਪੈਸਿਆਂ ਨਾਲ ਭਰਿਆ ਅਟੈਚੀ ਖੋਲਦਿਆਂ ਦੇਖਿਆ। ਉਹ ਕਹਿਣ ਲੱਗੀ ਕਿ ਤੂੰ ਨਹੀਂ ਸੁਧਰੇਗੀ, ਆਪਣੇ ਆਪ ਨੂੰ ਫਸਾ ਕੇ ਚੈਨ ਨਾਲ ਬੈਠ ਜਾਵੇਗੀ ਅਤੇ ਰੂਮਮੇਟ ਹੋਣ ਕਰਕੇ ਮੈਨੂੰ ਵੀ ਕਿਸੇ ਮੁਸੀਬਤ ਵਿੱਚ ਪਾ ਦੇਵੇਂਗੀ। ਮੈਂ ਕਿਹਾ ਚੁੱਪ ਕਰੋ, ਅਜਿਹਾ ਕੁਝ ਨਹੀਂ ਹੋਵੇਗਾ ਅਤੇ ਜਲਦੀ ਦਰਵਾਜ਼ਾ ਬੰਦ ਕਰੋ। ਜਦੋਂ ਤੁਹਾਨੂੰ ਪੈਸੇ ਦੀ ਲੋੜ ਪਈ ਤਾਂ ਮੈਨੂੰ ਦੱਸਣਾ, ਜਿੰਨੇ ਮਰਜ਼ੀ ਪੈਸੇ ਲੈ ਲੈਣ। ਪਰ ਹਰ ਵਾਰ ਦੀ ਤਰ੍ਹਾਂ ਨੰਦਨੀ ਨੇ ਸਾਫ਼ ਇਨਕਾਰ ਕਰ ਦਿੱਤਾ। ਇਹ ਪੈਸੇ ਦੇਖ ਕੇ ਮੈਂ ਬਹੁਤ ਖੁਸ਼ ਹੋਈ, ਪਰ ਨੰਦਨੀ ਨੇ ਅਜੀਬ ਜਿਹੇ ਲਹਿਜੇ ਵਿੱਚ ਮੈਨੂੰ ਪੁੱਛਿਆ ਕਿ ਤੂੰ ਦੱਸ, ਤੈਨੂੰ ਇਹ ਪੈਸੇ ਕਿਸ ਨੇ ਦਿੱਤੇ? ਮੈਂ ਉਸਨੂੰ ਦੇਖ ਕੇ ਮੁਸਕਰਾਈ ਅਤੇ ਕਿਹਾ, ਯਾਰ ਮੈਂ ਇੱਕ ਦਿਨ ਬਿਨਾਂ ਸੰਤਾਨ ਦੇ ਮਾਪਿਆਂ ਨੂੰ ਬੱਚਾ ਗੋਦ ਦੇ ਦਿੱਤਾ। ਨੰਦਨੀ ਨੇ ਡਰਦਿਆਂ ਕਿਹਾ, ਪਰ ਜੇ ਮੈਡਮ ਨੂੰ ਪਤਾ ਲੱਗ ਜਾਵੇ ਤਾਂ? ਮੈਂ ਉਸਨੂੰ ਕਿਹਾ ਕਿ ਇਸ ਦੀ ਚਿੰਤਾ ਨਾ ਕਰੋ, ਮੈਂ ਇਹ ਮੈਡਮ ਦੀ ਇਜਾਜ਼ਤ ਨਾਲ ਹੀ ਕੀਤਾ ਹੈ। ਅਸੀਂ ਇੰਨੇ ਪਾਗਲ ਨਹੀਂ ਹਾਂ ਕਿ ਅਸੀਂ ਬਿਨਾਂ ਇਜਾਜ਼ਤ ਦੇ ਅਜਿਹਾ ਕਰਦੇ। ਕੀ ਤੁਸੀਂ ਜਾਣਦੇ ਹੋ, ਹਰ ਕੰਮ ਦੇ ਵੱਖ-ਵੱਖ ਤਰੀਕੇ ਹਨ। ਉਦੋਂ ਹੀ ਮੇਰੇ ਫੋਨ ਦੀ ਘੰਟੀ ਵੱਜੀ। ਮੈਂ ਦੇਖਿਆ ਤਾਂ ਉਸ ਕਬਾੜੀਏ ਦਾ ਫੋਨ ਸੀ। ਉਸਨੇ ਮੈਨੂੰ ਕਿਹਾ ਕਿ ਸਮਾਨ ਹੋ ਤਾਂ ਦੇਖ ਲੈਣਾ ਅਤੇ ਮੈਂ ਕੱਲ ਦੁਬਾਰਾ ਆਵਾਂਗਾ। ਮੈਂ ਉਸ ਨਾਲ ਗੱਲ ਕਰਕੇ ਕਾਲ ਬੰਦ ਕਰ ਦਿੱਤੀ ਅਤੇ ਜਿਵੇਂ ਹੀ ਰਾਤ ਪੈ ਗਈ ਮੈਂ ਸ਼ੁਭਮ ਨਾਲ ਗੱਲਾਂ ਕਰਨ ਵਿੱਚ ਰੁੱਝ ਗਈ ਅਤੇ ਨੰਦਨੀ ਨਾਲ ਵਾਲੇ ਬੈੱਡ ਤੇ ਸੁੱਤੀ ਪਈ ਸੀ। ਜਿਵੇਂ ਹੀ ਰਾਤ ਪੈ ਗਈ ਮੈਂ ਦੁਬਾਰਾ ਕੈਮਰੇ ਬੰਦ ਕਰ ਦਿੱਤੇ ਅਤੇ ਪਹਿਰਾ ਦੇਣ ਲਈ ਗੇਟ ਵੱਲ ਚਲੀ ਗਈ। ਜਿਵੇਂ ਹੀ ਹਰ ਕੋਈ ਸੌਂ ਜਾਂਦਾ ਤਾਂ ਉਹ 21 ਸਾਲ ਦੀ ਪਿੰਕੀ ਆਪਣਾ ਬੈਗ ਪੈਕ ਕਰਕੇ ਉੱਥੋਂ ਚਲੀ ਗਈ। ਪਿੰਕੀ ਨੇ ਮੈਨੂੰ ਪੈਸੇ ਦੇ ਕੇ ਕਿਹਾ, ਦੀਦੀ ਇਹ ਲੈ ਤੇਰਾ ਇਨਾਮ। ਫਿਰ ਉਹ ਉੱਥੋਂ ਭੱਜ ਗਈ। ਸਵੇਰੇ ਨੰਦਨੀ ਤੇ ਮੈਂ ਫਿਰ ਆਪਣੀ ਡਿਊਟੀ ਕਰਨ ਚਲੇ ਗਏ। ਮੈਂ ਕਮਰੇ ਦੀ ਸਫਾਈ ਕਰ ਰਹੀ ਸੀ ਅਤੇ ਪਿੰਕੀ ਦਾ ਸਾਰਾ ਰੱਦੀ ਕੀਤਾ ਹੋਇਆ ਸਮਾਨ ਇਕੱਠਾ ਕਰ ਰਹੀ ਸੀ। ਆਪਣਾ ਸਾਰਾ ਸਮਾਨ ਇੱਕ ਥੈਲੇ ਵਿੱਚ ਇਕੱਠਾ ਕਰਕੇ ਬਾਕੀ ਕੂੜੇਦਾਨ ਵਿੱਚ ਪਾ ਦਿੱਤਾ ਅਤੇ ਫਿਰ ਨੰਦਨੀ ਨੇ ਆ ਕੇ ਕਿਹਾ, ਚਲੇ ਜਾਓ, ਉਹ ਤੇਰਾ ਪ੍ਰੇਮੀ ਕਬਾੜੀ ਆ ਗਿਆ ਹੈ। ਮੈਂ ਬੈਗ ਲੈ ਕੇ ਯਤੀਮਖਾਨੇ ਦੇ ਦੂਜੇ ਗੇਟ ਵੱਲ ਤੁਰ ਪਈ। ਉਹ ਮੈਨੂੰ ਦੇਖ ਕੇ ਮੁਸਕਰਾਉਣ ਲੱਗਾ ਤੇ ਕਹਿਣ ਲੱਗਾ ਕਿ ਤੂੰ ਬਹੁਤ ਮਾਸੂਮ ਹੈ। ਤੈਨੂੰ ਨਹੀਂ ਪਤਾ ਕਿ ਕਦੇ-ਕਦੇ ਮੈਨੂੰ ਤੇਰੇ ਤੇ ਤਰਸ ਆਉਂਦਾ ਹੈ, ਪਰ ਮੇਰੀ ਵੀ ਕੋਈ ਮਜਬੂਰੀ ਹੈ। ਮੈਂ ਕਿਹਾ, ਬਾਲੀਆਂ ਗੱਲਾਂ ਨਾ ਮਾਰ। ਮੈਂ ਕੂੜੇ ਦੇ ਢੇਰ ਵਿੱਚੋਂ ਜ਼ਰੂਰੀ ਸਮਾਨ ਵੱਖ ਕਰਕੇ ਉਸ ਨੂੰ ਦੇ ਦਿੱਤਾ ਅਤੇ ਤੁਰੰਤ ਉਸ ਨੂੰ ਵਿਦਾ ਕਰ ਦਿੱਤਾ ਅਤੇ ਉਸਨੇ ਕਿਹਾ ਕਿ ਜਦੋਂ ਵੀ ਮੈਨੂੰ ਲੋੜ ਹੋਵੇ ਮੈਂ ਤੁਹਾਡੇ ਕੋਲੋਂ ਪੈਸੇ ਲੈ ਲਵਾਂਗੀ। ਉਹ ਚੁੱਪਚਾਪ ਮੇਰੀ ਗੱਲ ਸੁਣ ਕੇ ਚਲਾ ਗਿਆ। ਮੈਨੂੰ ਨਹੀਂ ਪਤਾ ਸੀ ਕਿ ਮੈਂ ਥੋੜੇ ਜਿਹੇ ਪੈਸਿਆਂ ਦੇ ਲਾਲਚ ਵਿੱਚ ਕਿੰਨੀ ਮੁਸੀਬਤ ਵਿੱਚ ਫਸ ਜਾਵਾਂਗੀ ਅਤੇ ਇਸ ਦਾ ਸ਼ੁਭਮ ਦੀ ਜ਼ਿੰਦਗੀ ਤੇ ਵੀ ਮਾੜਾ ਅਸਰ ਪਵੇਗਾ। ਪਰ ਹਾਲਾਤਾਂ ਤੋਂ ਮਜਬੂਰ ਲੋਕ ਇਹ ਸਭ ਕੁਝ ਨਹੀਂ ਸੋਚਦੇ। ਉਹ ਸਿਰਫ ਕੁਝ ਪੈਸਿਆਂ ਲਈ ਮੁਸੀਬਤ ਨੂੰ ਗਲੇ ਲਗਾਉਣ ਲਈ ਤਿਆਰ ਹੋ ਜਾਂਦੇ ਹੈ। ਮੈਂ ਕਈ ਸਾਲ ਅਨਾਥ ਆਸ਼ਰਮ ਵਿੱਚ ਬਿਤਾਏ। ਮੈਂ ਇੱਥੇ ਬਹੁਤ ਪੁਰਾਣੀ ਸਫਾਈ ਕਰਮਚਾਰੀ ਸੀ, ਪਰ ਮੇਰਾ 2 ਨੰਬਰ ਕੰਮ ਅੱਜ ਤੱਕ ਕੋਈ ਫੜ ਨਹੀਂ ਸਕਿਆ ਅਤੇ ਜਦੋਂ ਮੁਸੀਬਤ ਆਈ ਤਾਂ ਮੇਰੇ ਉੱਤੇ ਤਬਾਹੀ ਆ ਗਈ। ਇੱਕ ਦਿਨ ਮੈਂ ਨੰਦਨੀ ਨਾਲ ਗੱਲ ਕਰ ਰਹੀ ਸੀ ਕਿ ਸਾਡੇ ਸਟਾਫ ਦੀ ਇੱਕ ਔਰਤ ਆਈ ਅਤੇ ਕਹਿਣ ਲੱਗੀ, ਮੈਡਮ ਨੇ ਸਾਰੇ ਸਟਾਫ ਨੂੰ ਬੁਲਾਇਆ ਹੈ। ਨੰਦਨੀ ਸ਼ਾਇਦ ਸਭ ਕੁਝ ਸਮਝ ਚੁੱਕੀ ਸੀ। ਉਹ ਮੇਰੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਰਹੀ ਸੀ ਅਤੇ ਮੈਂ ਵੀ ਸਮਝ ਗਈ ਕਿ ਮੈਡਮ ਸਾਨੂੰ ਸਾਰਿਆਂ ਨੂੰ ਕਿਉਂ ਬੁਲਾ ਰਹੀ ਹੈ ਅਤੇ ਉਹੀ ਹੋਇਆ। ਅਸੀਂ ਸਾਰੇ ਉੱਥੇ ਮੌਜੂਦ ਸੀ ਅਤੇ ਮੈਡਮ ਬਹੁਤ ਸਖਤ ਲਹਿਜੇ ਵਿੱਚ ਸੀ। ਉਹ ਸਾਨੂੰ
ਸਾਰਿਆਂ ਨੂੰ ਰੌਲਾ ਪਾ ਕੇ ਕਹਿ ਰਹੀ ਸੀ ਕਿ ਬੀਤੀ ਰਾਤ ਫਿਰ ਇੱਥੋਂ ਇੱਕ ਕੁੜੀ ਲਾਪਤਾ ਹੋ ਗਈ ਹੈ। ਉਸ ਦੇ ਪਿੱਛੇ ਕਿਸ ਦਾ ਹੱਥ ਹੈ? ਇੱਥੇ ਉਸ ਕਮਰੇ ਵਿੱਚ ਹਰ ਕੋਈ ਮੇਰੇ ਵੱਲ ਵੇਖ ਰਿਹਾ ਸੀ। ਮੈਂ ਡਰ ਗਈ ਸੀ। ਥੋੜੀ ਦੇਰ ਲਈ ਮੈਨੂੰ ਲੱਗਾ ਕਿ ਮੈਂ ਹੁਣ ਪੁਲਿਸ ਦੇ ਹੱਥੋਂ ਗ੍ਰਿਫਤਾਰ ਹੋ ਜਾਵਾਂਗੀ ਅਤੇ ਆਪਣੇ ਆਪ ਨੂੰ ਕਾਬੂ ਕਰਕੇ ਮੈਂ ਸਿੱਧੇ ਖੜੀ ਹੋ ਗਈ। ਫਿਰ ਜਦੋਂ ਮੈਡਮ ਨੇ ਮੈਨੂੰ ਪੁੱਛਿਆ, ਸ਼ੀਲੂ ਤੈਨੂੰ ਇਸ ਬਾਰੇ ਕੀ ਪਤਾ? ਬਿਨਾਂ ਕਿਸੇ ਚਿੰਤਾ ਦੇ ਮੈਂ ਬਹਾਦਰੀ ਨਾਲ ਜਵਾਬ ਦਿੱਤਾ ਕਿ ਮੈਡਮ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਮੈਂ ਸਵੇਰੇ ਸਫਾਈ ਕਰਨ ਲਈ ਉਸਦੇ ਕਮਰੇ ਵਿੱਚ ਗਈ ਸੀ। ਮੈਨੂੰ ਅੱਜ ਰਾਤ ਬਾਰੇ ਕੁਝ ਨਹੀਂ ਪਤਾ। ਮੈਂ ਛੇਤੀ ਸੌਂ ਗਈ ਸੀ। ਕਿਉਂ ਨੰਦਨੀ? ਦੱਸੋ ਮੈਡਮ ਨੂੰ। ਮੈਂ ਨੰਦਨੀ ਵੱਲ ਇਸ਼ਾਰਾ ਕਰਦਿਆਂ ਕਿਹਾ। ਉਹ ਘਬਰਾ ਕੇ ਬੋਲੀ, ਹਾਂਜੀ ਮੈਡਮ, ਇਹ ਠੀਕ ਕਹਿ ਰਹੀ ਹੈ। ਉਸ ਦੀ ਸਿਹਤ ਠੀਕ ਨਹੀਂ ਸੀ। ਬੀਤੀ ਰਾਤ ਉਹ ਜਲਦੀ ਸੌਂ ਗਈ ਸੀ। ਇਹ ਸੁਣ ਕੇ ਮੈਡਮ ਦਾ ਧਿਆਨ ਮੇਰੇ ਤੋਂ ਹਟ ਗਿਆ ਸੀ, ਪਰ ਉਹ ਸਖਤੀ ਨਾਲ ਕਹਿ ਰਹੀ ਸੀ ਕਿ ਪਿਛਲੇ 2 ਸਾਲਾਂ ਵਿੱਚ 10 ਤੋਂ 12 ਲੜਕੀਆਂ ਇੱਥੋਂ ਭੱਜ ਗਈਆਂ ਹਨ ਅਤੇ ਮੈਂ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ ਅਤੇ ਜੋ ਵੀ ਇਸ ਸਭ ਵਿੱਚ ਸ਼ਾਮਲ ਹੈ ਉਹ ਹੁਣ ਆਪਣੇ ਆਪ ਨੂੰ ਤਸੱਲੀ ਦੇਵੇ, ਕਿਉਂਕਿ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਅਤੇ ਉਸ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਜਾਵੇਗਾ। ਉਸ ਨੂੰ ਦੁਬਾਰਾ ਕੰਮ ਨਹੀਂ ਮਿਲੇਗਾ ਅਤੇ ਪੁਲਿਸ ਜੋ ਉਸ ਨਾਲ ਕਰੇਗੀ ਉਹ ਵੱਖਰਾ। ਇਹ ਸਭ ਸੁਣ ਕੇ ਹਰ ਕੋਈ ਬਹੁਤ ਡਰ ਗਿਆ, ਪਰ ਮੈਂ ਇਹ ਕੰਮ ਕਰਦਿਆਂ ਬਹੁਤ ਨੀਡਰ ਹੋ ਗਈ। ਮੈਨੂੰ ਪਰਵਾਹ ਨਹੀਂ ਸੀ। ਇੱਕ ਦਿਨ ਮੈਨੂੰ ਸ਼ੁਭਮ ਦਾ ਫੋਨ ਆਇਆ। ਉਹ ਬਹੁਤ ਪਰੇਸ਼ਾਨ ਸੀ। ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ। ਮੈਂ ਉਸ ਨੂੰ ਭਰੋਸਾ ਦਿੱਤਾ ਸੀ ਕਿ ਮੈਂ ਪੈਸਿਆਂ ਦਾ ਇੰਤਜ਼ਾਮ ਕਰ ਦਿਆਂਗੀ, ਪਰ ਬਾਅਦ ਵਿੱਚ ਮੈਂ ਆਪ ਹੀ ਪਰੇਸ਼ਾਨ ਰਹਿੰਦੀ ਸੀ ਕਿ ਮੈਂ ਉਸ ਨੂੰ ਇੰਨੇ ਪੈਸੇ ਕਿੱਥੋਂ ਦੇਵਾਂਗੀ। ਇਸ ਲਈ ਮੇਰੇ ਕੋਲ ਜੋ ਥੋੜੇ ਪੈਸੇ ਸੀ ਉਹ ਕਢਾ ਲਏ। ਫਿਰ ਮੈਨੂੰ ਯਾਦ ਆਇਆ ਕਿ ਉਹ ਕਵਾੜੀਏ ਕੋਲ ਵੀ ਮੇਰੇ ਕੁਝ ਪੈਸੇ ਹਨ। ਮੈਂ ਜਾ ਕੇ ਲਿਆਵਾਂਗੀ। ਹੋ ਸਕਦਾ ਹੈ ਕਿ ਕੋਈ ਕੰਮ ਬਣ ਜਾਵੇ। ਮੈਂ ਅਗਲੇ ਦਿਨ ਛੁੱਟੀ ਲੈ ਕੇ ਉੱਥੋਂ ਚਲੀ ਗਈ। ਮੈਂ ਰਿਕਸ਼ੇ ਵਿੱਚ ਬੈਠ ਕੇ ਉਸ ਦੀ ਸਕ੍ਰੈਪ ਦੀ ਦੁਕਾਨ ਤੇ ਗਈ, ਪਰ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਜਦੋਂ ਮੈਂ ਦੇਖਿਆ ਤਾਂ ਉਹ ਕਬਾੜੀਆ ਕਾਰ ਦੇ ਅੰਦਰ ਚੰਗੇ ਸੂਟ ਅਤੇ ਬੂਟ ਪਾ ਕੇ ਇੱਕ ਚੰਗੀ ਸ਼ਖਸੀਅਤ ਵਾਲੇ ਆਦਮੀ ਨਾਲ ਬੈਠਾ ਸੀ। ਜਦੋਂ ਮੈਂ ਉਸ ਦਾ ਪਿੱਛਾ ਕੀਤਾ ਤਾਂ ਉਹ ਇੱਕ ਆਲੀਸ਼ਾਨ ਅਜਾਇਬ ਘਰ ਜਾ ਰਿਹਾ ਸੀ। ਪਹਿਲਾਂ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ। ਉਹ ਆਦਮੀ ਕੌਣ ਹੈ ਅਤੇ ਇੱਥੇ ਕਿਉਂ ਆਇਆ ਹੈ ਅਤੇ ਇੱਥੇ ਕੀ ਕਰ ਰਿਹਾ ਹੈ। ਮੈਂ ਉਸ ਦਾ ਪਿੱਛਾ ਕੀਤਾ, ਪਰ ਮੈਂ ਅੰਦਰ ਜਾਣਾ ਠੀਕ ਨਹੀਂ ਸਮਝਿਆ। ਮੈਂ ਬਾਹਰ ਉਸ ਦੀ ਉਡੀਕ ਕਰ ਰਹੀ ਸੀ। ਬਾਹਰ ਨਿਕਲਦਿਆਂ ਹੀ ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਿਆ। ਮੈਨੂੰ ਦੇਖ ਕੇ ਉਹ ਬੋਲਿਆ, ਸ਼ੀਲੂ ਤੂੰ ਇੱਥੇ ਕੀ ਕਰ ਰਹੀ ਹੈ? ਮੈਂ ਕਿਹਾ, ਤੁਸੀਂ ਮੈਨੂੰ ਦੱਸੋ, ਪਰ ਹੁਣ ਤੁਸੀਂ ਇਹ ਸਭ ਛੱਡੋ ਅਤੇ ਮੈਨੂੰ ਮੇਰੇ ਸਮਾਨ ਦੇ ਪੈਸੇ ਦੇ ਦਿਓ। ਮੈਨੂੰ ਚਾਹੀਦੇ ਹੈ। ਮੈਨੂੰ ਉਸ ਸਮੇਂ ਸ਼ੁਭਮ ਦੀ ਚਿੰਤਾ ਸੀ, ਇਸ ਕਰਕੇ ਮੈਂ ਉਸ ਸਕ੍ਰੈਪ ਡੀਲਰ ਨਾਲ ਬਹੁਤੀ ਗੱਲ ਨਹੀਂ ਕਰ ਸਕੀ ਅਤੇ ਉਸ ਨੇ ਮੈਨੂੰ ਪੈਸਿਆਂ ਨਾਲ ਭਰਿਆ ਬੈਗ ਦਿੱਤਾ ਅਤੇ ਕਿਹਾ ਕਿ ਲੋ ਤੁਹਾਡਾ ਹਿੱਸਾ। ਮੈਂ ਆਪਣੇ ਮਨ ਵਿੱਚ ਸੋਚਿਆ ਕਿ ਇਹ ਕਿਹੜੇ ਹਿੱਸੇ ਦੀ ਗੱਲ ਕਰ ਰਿਹਾ ਹੈ, ਪਰ ਉਹ ਥੋੜਾ ਕਾਹਲੀ ਵਿੱਚ ਸੀ। ਜਲਦੀ ਉਸਨੇ ਕਿਹਾ ਕਿ ਮੈਂ ਤੁਹਾਨੂੰ ਸਭ ਕੁਝ ਬਾਅਦ ਵਿੱਚ ਦੱਸਾਂਗਾ, ਮੇਰੇ ਕੋਲ ਅਜੇ ਕੁਝ ਕੰਮ ਬਾਕੀ ਹੈ। ਉਸਨੇ ਕਿਹਾ ਅਤੇ ਚਲਾ ਗਿਆ। ਉਸਨੇ ਕਿਹਾ, ਸ਼ੀਲੂ ਤੂੰ ਅੰਦਰ ਜਾ। ਮੈਂ ਸੋਚਿਆ ਉੱਥੇ ਕੀ ਹੈ, ਪਰ ਮੈਂ ਕਾਹਲੀ ਵਿੱਚ ਅਤੇ ਉੱਥੋਂ ਵਾਪਸ ਆ ਗਈ। ਕਾਸ਼ ਮੈਂ ਉੱਥੋਂ ਆਉਣ ਤੋਂ ਪਹਿਲਾਂ ਇੱਕ ਵਾਰ ਉਸ ਨੂੰ ਅੰਦਰ ਜਾ ਕੇ ਦੇਖਿਆ ਹੁੰਦਾ ਤਾਂ ਮੈਂ ਪਰੇਸ਼ਾਨ ਨਾ ਹੁੰਦੀ। ਮੈਂ ਅਨਾਥ ਆਸ਼ਰਮ ਵਿੱਚ ਵਾਪਸ ਆ ਕੇ ਸਾਰਾ ਪੈਸਾ ਇਕੱਠਾ ਕਰਕੇ ਸ਼ੁਭਮ ਨੂੰ ਭੇਜ ਦਿੱਤਾ ਅਤੇ ਆਰਾਮ ਕਰਨ ਲਈ ਲੇਟ ਗਈ। ਇੱਕ ਕੁੜੀ ਮੂੰਹ ਢੱਕ ਕੇ ਮੇਰੇ ਕੋਲ ਆਈ ਅਤੇ ਮੇਰੀ ਮਦਦ ਮੰਗਣ ਲੱਗੀ। ਮੈਂ ਕਿਹਾ ਕਿ ਇਹ ਸਹੀ ਸਮਾਂ ਨਹੀਂ ਹੈ, ਪਰ ਹਾਂ ਤੁਹਾਡਾ ਕੰਮ ਕੱਲ ਨੂੰ ਹੋ ਜਾਵੇਗਾ, ਤੁਸੀਂ ਤਿਆਰੀ ਕਰ ਲਓ। ਉਹ ਮੇਰੇ ਨਾਲ ਗੱਲ ਕਰਕੇ ਵਾਪਸ ਚਲੀ ਗਈ। ਜਿਵੇਂ ਹੀ ਮੈਂ ਨੰਦਨੀ ਵੱਲ ਦੇਖਿਆ, ਉਹ ਜਾਗ ਰਹੀ ਸੀ ਅਤੇ ਉਹ ਮੈਨੂੰ ਕਹਿਣ ਲੱਗੀ ਕਿ ਤੁਸੀਂ ਇੱਕ ਨਾ ਇੱਕ ਦਿਨ ਆਪਣੇ ਨਾਲ ਮੈਨੂੰ ਵੀ ਫਸਾਵੋਗੇ। ਮੈਂ ਮੁਸਕਰਾ ਕੇ ਕਿਹਾ, ਉਸ ਨੂੰ ਦਿਲਾਸਾ ਦੇਣ ਲੱਗੀ। ਅਸੀਂ ਦੋਵੇਂ ਸੌਂ ਗਏ। ਅਗਲੇ ਦਿਨ ਅਸੀਂ ਦੋਵੇਂ ਆਪਣੀ ਡਿਊਟੀ ਤੇ ਚਲੇ ਗਏ। ਮੈਂ ਜਲਦੀ ਤੋਂ ਜਲਦੀ ਅਨਾਥ ਆਸ਼ਰਮ ਦੇ ਸਾਰੇ ਕਮਰਿਆਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ। ਮੈਨੂੰ ਬਹੁਤ ਸਾਰਾ ਜ਼ਰੂਰੀ ਸਮਾਨ ਮਿਲ ਜਾਂਦਾ ਸੀ ਜੋ ਮੈਂ ਸਕ੍ਰੈਪ ਡੀਲਰ ਨੂੰ ਚੋਰੀ ਛੁਪੇ ਵੇਚ ਦਿੰਦੀ ਸੀ। ਮੈਂ ਝੱਟ ਆਪਣਾ ਬੈਗ ਕੱਢ ਕੇ ਸਾਰਾ ਸਮਾਨ ਨਾਲ ਭਰ ਲਿਆ ਅਤੇ ਫਿਰ ਸ਼ਾਮ ਨੂੰ ਉਹੀ ਕਬਾੜੀਏ ਆ ਕੇ ਮੇਰੇ ਕੋਲੋਂ ਸਾਰਾ ਸਮਾਨ ਲੈ ਗਿਆ। ਉਹ ਮੈਨੂੰ ਕੁਝ ਦੱਸਣਾ ਚਾਹੁੰਦਾ ਸੀ, ਪਰ ਉਦੋਂ ਹੀ ਉਸ ਦਾ ਫੋਨ ਆਇਆ ਅਤੇ ਇਹ ਕਹਿ ਕੇ ਚਲਾ ਗਿਆ, ਮੈਂ ਤੁਹਾਨੂੰ ਇੱਕ ਬਹੁਤ ਜ਼ਰੂਰੀ ਗੱਲ ਦੱਸਣੀ ਹੈ। ਜੇ ਤੁਸੀਂ ਮੇਰੀ ਦੁਕਾਨ ਤੇ ਆਓ ਤਾਂ ਮੈਂ ਤੁਹਾਨੂੰ ਦੱਸਾਂਗਾ। ਮੈਂ ਰਾਤ ਪੈਣ ਦਾ ਇੰਤਜ਼ਾਰ ਕਰ ਰਹੀ ਸੀ, ਕਿਉਂਕਿ ਅੱਜ ਰਾਤ ਫਿਰ ਮੈਂ ਕੋਈ ਕੰਮ ਕਰਨਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਸ ਵਾਰ ਮੈਂ ਮੁਸੀਬਤ ਵਿੱਚ ਫਸਣ ਜਾ ਰਹੀ ਹਾਂ। ਸਾਰਿਆਂ ਦੇ ਸੌਣ ਤੋਂ ਬਾਅਦ ਮੈਂ ਰਾਤ ਨੂੰ ਕੈਮਰੇ ਬੰਦ ਕਰ ਦਿੱਤੇ, ਲੜਕੀ ਨੂੰ ਭਜਾਉਣ ਦਾ ਪ੍ਰਬੰਧ ਕੀਤਾ ਅਤੇ ਗੇਟ ਤੇ ਪਹਿਰਾ
ਦੇਣ ਲੱਗੀ। ਕੁਝ ਸਮੇਂ ਬਾਅਦ ਇੱਕ ਮੁੰਡਾ ਕਾਰ ਵਿੱਚ ਆਇਆ ਅਤੇ ਮੇਰੇ ਵੱਲ ਇਸ਼ਾਰਾ ਕਰਨ ਲੱਗਾ। ਮੈਂ ਉਸ ਕੁੜੀ ਨੂੰ ਬੁਲਾਇਆ। ਉਹ ਕੁੜੀ ਮੈਨੂੰ ਪੈਸੇ ਦੇ ਕੇ ਭੱਜ ਗਈ। ਮੈਂ ਵੀ ਆਪਣੇ ਕਮਰੇ ਵਿੱਚ ਜਾ ਕੇ ਸ਼ੁਭਮ ਨਾਲ ਫੋਨ ਤੇ ਗੱਲ ਕਰਨ ਲੱਗੀ ਅਤੇ ਸ਼ੁਭਮ ਨੇ ਮੇਰਾ ਧੰਨਵਾਦ ਕੀਤਾ ਕਿਉਂਕਿ ਮੈਂ ਉਸਦੀ ਪੈਸੇ ਦੇ ਕੇ ਮਦਦ ਕੀਤੀ ਸੀ। ਫੋਨ ਤੇ ਗੱਲਾਂ ਕਰਦਿਆਂ ਮੈਨੂੰ ਨੀਂਦ ਆ ਗਈ। ਸਵੇਰੇ ਨੰਦਨੀ ਨੇ ਮੈਨੂੰ ਜਗਾਇਆ। ਉਹ ਮੈਨੂੰ ਕਹਿਣ ਲੱਗੀ, ਦੋਸਤ ਅੱਜ ਬਹੁਤ ਦੇਰ ਹੋ ਗਈ ਹੈ। ਖੈਰ ਅਸੀਂ ਡਿਊਟੀ ਲਈ ਵੀ ਜਾਣਾ ਹੈ। ਅਤੇ ਜਿਵੇਂ ਹੀ ਅਸੀਂ ਤਿਆਰ ਹੋ ਕੇ ਯਤੀਮਖਾਨੇ ਵਿੱਚ ਆਏ ਤਾਂ ਦੇਖਿਆ ਕਿ ਮੈਡਮ ਦੇ ਦਫ਼ਤਰ ਵਿੱਚ ਕੁਝ ਲੋਕ ਬੈਠੇ ਸਨ। ਮੈਂ ਦੇਖਣਾ ਚਾਹੁੰਦੀ ਸੀ ਕਿ ਅੰਦਰ ਕੌਣ ਹੈ। ਅੰਦਰ ਝਾਕਦਿਆਂ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਤੇ ਨੰਦਨੀ ਆਪੋ ਆਪਣੇ ਕੰਮ ਲਈ ਚਲੇ ਗਏ। ਮੈਂ ਸਾਰੇ ਕਮਰਿਆਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਚਿੰਤਾ ਕਰਨ ਲੱਗੀ ਕਿ ਬੀਤੀ ਰਾਤ ਜੋ ਕੁਝ ਵਾਪਰਿਆ ਉਸ ਕਾਰਨ ਮੈਂ ਕਿਸੇ ਮੁਸੀਬਤ ਵਿੱਚ ਪੈਣ ਵਾਲੀ ਹਾਂ। ਸਾਰਾ ਕੂੜਾ ਇਕੱਠਾ ਕਰਦਿਆਂ ਮੈਂ ਬੀਤੀ ਰਾਤ ਵਾਲੀ ਕੁੜੀ ਦਾ ਸਾਰਾ ਸਮਾਨ ਵੀ ਚੁੱਕ ਕੇ ਆਪਣੇ ਬੈਗ ਵਿੱਚ ਪਾ ਲਿਆ ਤਾਂ ਕਿ ਕੋਈ ਸੁਰਾਗ ਨਾ ਮਿਲ ਸਕੇ। ਮੈਂ ਆਪਣੇ ਕੰਮ ਵਿੱਚ ਰੁੱਝੀ ਹੋਈ ਸੀ ਜਦੋਂ ਕੁਝ ਦੇਰ ਬਾਅਦ ਮੈਡਮ ਨੇ ਦਰਵਾਜ਼ਾ ਖੋਲ੍ਹਿਆ। ਉਹਨਾਂ ਲੋਕਾਂ ਨੂੰ ਮੈਡਮ ਨਾਲ ਦੇਖਿਆ ਤਾਂ ਮੇਰਾ ਦਿਮਾਗ ਖਰਾਬ ਹੋ ਗਿਆ। ਮੈਨੂੰ ਪਸੀਨਾ ਆਉਣ ਲੱਗਾ। ਜਿਵੇਂ ਹੀ ਮੈਡਮ ਨੇ ਕਿਹਾ, ਉਸ ਨੂੰ ਲੈ ਜਾਓ, ਇਹ ਪਾਪੀ ਹੈ। ਮੈਡਮ ਦੇ ਮੂੰਹੋਂ ਇਹ ਸਭ ਸੁਣ ਕੇ ਮੈਂ ਬਹੁਤ ਡਰ ਗਈ ਸੀ। ਪੁਲਿਸ ਮੈਡਮ ਦੇ ਨਾਲ ਸੀ ਅਤੇ ਸਵੇਰ ਦਾ ਸਮਾਂ ਸੀ ਜਦੋਂ ਇੱਕ ਲੇਡੀਜ਼ ਕਾਂਸਟੇਬਲ ਨੇ ਮੈਨੂੰ ਹੱਥ ਕੜੀ ਲਗਾਈ ਅਤੇ ਮੈਨੂੰ ਖਿੱਚ ਕੇ ਲੈ ਕੇ ਜਾਣ ਲੱਗੀ। ਸਾਰਾ ਸਟਾਫ ਉੱਥੇ ਸੀ ਅਤੇ ਮੈਂ ਸ਼ਰਮਿੰਦਾ ਹੋ ਕੇ ਅੱਖਾਂ ਨੀਵੀਆਂ ਕਰਕੇ ਪੁਲਿਸ ਨਾਲ ਤੁਰ ਪਈ। ਜਿਵੇਂ ਹੀ ਮੈਂ ਪੁਲਿਸ ਦੀ ਗੱਡੀ ਵਿੱਚ ਬੈਠੀ, ਇਸੇ ਤਰ੍ਹਾਂ ਮੈਂ ਨੰਦਨੀ ਨੂੰ ਮਦਦ ਲਈ ਬੁਲਾਉਂਦੇ ਹੋਏ ਮਦਦਗਾਰ ਨਜ਼ਰਾਂ ਨਾਲ ਉਸ ਵੱਲ ਦੇਖਿਆ, ਪਰ ਉਹ ਮੇਰੀ ਮਦਦ ਨਾ ਕਰ ਸਕੀ ਕਿਉਂਕਿ ਉਹ ਹਰ ਵਾਰ ਮੈਨੂੰ ਸਮਝਾਉਂਦੀ ਸੀ, ਪਰ ਮੈਂ ਪੈਸਿਆਂ ਦੇ ਲਾਲਚ ਵਿੱਚ ਆ ਕੇ ਉਸ ਦੀ ਗੱਲ ਨਹੀਂ ਸੁਣਦੀ ਸੀ ਅਤੇ ਸ਼ਾਇਦ ਅੱਜ ਮੇਰੇ ਪਾਪਾਂ ਦਾ ਘੜਾ ਭਰ ਗਿਆ ਸੀ। ਜੋ ਮੈਂ ਕੱਲ ਰਾਤ ਕੀਤਾ ਉਹ ਮੇਰੀ ਆਖਰੀ ਗਲਤੀ ਸੀ। ਮੈਂ ਚੁੱਪਚਾਪ ਪੁਲਿਸ ਦੀ ਕਾਰ ਵਿੱਚ ਥਾਣੇ ਚਲੀ ਗਈ। ਮੈਨੂੰ ਪਤਾ ਸੀ ਕਿ ਮੇਰੇ ਲਈ ਇੱਥੋਂ ਬਚਣਾ ਅਸੰਭਵ ਸੀ ਕਿਉਂਕਿ ਮੈਡਮ ਨੇ ਸਾਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਵਾਂਗੀ। ਮੈਂ ਥਾਣੇ ਵਿੱਚ ਮਦਦ ਲਈ ਚਾਰੇ ਪਾਸੇ ਭਾਲ ਕਰ ਰਹੀ ਸੀ ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ। ਮੇਰੇ ਮਨ ਵਿੱਚ ਸਵਾਲ ਉੱਠ ਰਹੇ ਸਨ ਕਿ ਪੂਰੇ ਯਤੀਮਖਾਨੇ ਦੇ ਸਾਹਮਣੇ ਮੇਰੀ ਇੱਜ਼ਤ ਖਰਾਬ ਹੋ ਗਈ ਹੈ। ਸ਼ੀਲੂ ਦੀਦੀ ਜੋ ਹਰ ਕਿਸੇ ਦੇ ਕੰਮ ਆਉਂਦੀ ਸੀ, ਉਹ ਅੱਜ ਇਕੱਲੀ ਸੀ। ਮੇਰਾ ਲਾਇਸੈਂਸ ਕੈਂਸਲ ਕਰ ਦਿੱਤਾ ਗਿਆ ਸੀ ਜਿਸ ਤੇ ਪੁਲਿਸ ਨੇ ਮੇਰੀਆਂ ਅੱਖਾਂ ਸਾਹਮਣੇ ਮੋਹਰ ਲਗਾ ਦਿੱਤੀ ਸੀ। ਇਸ ਸਮੇਂ ਉਸਨੇ ਆਪਣੀ ਸਫਾਈ ਦਾ ਕੰਮ ਵੀ ਛੱਡ ਦਿੱਤਾ ਸੀ। ਮੈਨੂੰ ਸਿਰਫ ਸ਼ੁਭਮ ਦੀ ਚਿੰਤਾ ਸੀ। ਲੇਡੀਜ਼ ਕਾਂਸਟੇਬਲ ਮੈਨੂੰ ਪੁੱਛ ਪੜਤਾਲ ਕਰਨ ਲਈ ਇਕੱਲੇ ਕਮਰੇ 'ਚ ਲੈ ਗਈ ਜਿੱਥੇ ਪੁੱਛ ਗਿੱਛ ਕਰਨ ਤੋਂ ਬਾਅਦ ਮੈਨੂੰ ਸਲਾਖਾਂ ਦੇ ਪਿੱਛੇ ਸੁੱਟ ਦਿੱਤਾ ਜਾਂਦਾ। ਪੁਲਿਸ ਕਾਂਸਟੇਬਲ ਮੈਨੂੰ ਪੁੱਛਣ ਲੱਗੀ, ਤੈਨੂੰ ਕੀ ਲੋੜ ਸੀ? ਤੁਸੀਂ ਨੌਕਰੀ ਵੀ ਕਰਦੇ ਸੀ, ਤਨਖਾਹ ਕਾਫੀ ਨਹੀਂ ਸੀ ਜੋ ਗਲਤ ਤਰੀਕਿਆਂ ਨਾਲ ਪੈਸਾ ਕਮਾਉਣ ਲੱਗ ਪਈ ਅਤੇ ਨਾ ਕੋਈ ਡਰ ਨਾ ਹੀ ਮੱਥੇ ਤੇ ਕੋਈ ਤਿਉੜੀ। ਆਖਰ ਅਜਿਹਾ ਕਿਉਂ ਕੀਤਾ? ਜਿੱਥੇ ਤੁਸੀਂ ਇੰਨੇ ਸਾਲ ਕੰਮ ਕੀਤਾ ਤੇ ਜਿੱਥੇ ਤੁਸੀਂ ਖਾਧਾ ਉਸੇ ਥਾਲੀ ਵਿੱਚ ਛੇਦ ਕੀਤਾ। ਮੈਨੂੰ ਆਪਣੀਆਂ ਗਲਤੀਆਂ ਤੇ ਅਫਸੋਸ ਹੋ ਰਿਹਾ ਸੀ। ਪੁਲਿਸ ਕਾਂਸਟੇਬਲ ਦੀ ਗੱਲ ਸੁਣ ਕੇ ਮੈਂ ਰੋਣ ਲੱਗੀ। ਮੈਡਮ ਤੁਸੀਂ ਸਮਝ ਨਹੀਂ ਸਕਦੇ ਕਿ ਗਰੀਬੀ ਵਿਅਕਤੀ ਨੂੰ ਕਿੱਥੇ ਲੈ ਜਾਂਦੀ ਹੈ ਅਤੇ ਉਹ ਉਸ ਨੂੰ ਕਿਹੜੇ ਗਲਤ ਕੰਮ ਕਰਨ ਲਈ ਮਜਬੂਰ ਕਰਦੀ ਹੈ। ਜੇਕਰ ਸਾਨੂੰ ਗਰੀਬਾਂ ਨੂੰ ਜ਼ਿਆਦਾ ਪੈਸਾ ਮਿਲ ਜਾਵੇ ਤਾਂ ਸਾਡੀ ਜ਼ਿੰਦਗੀ ਥੋੜੀ ਖੁਸ਼ਹਾਲ ਹੋ ਜਾਂਦੀ ਹੈ। ਉਹ ਕਹਿਣ ਲੱਗੀ, ਤੇਰੀ ਇੰਨੀ ਕੀ ਮਜਬੂਰੀ ਸੀ? ਮੈਂ ਕਿਹਾ ਕਿ ਮੇਰਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਮੈਂ ਬਚਪਨ ਤੋਂ ਹੀ ਗਰੀਬੀ ਵੇਖੀ ਸੀ। ਮੇਰੇ ਮਾਤਾ ਪਿਤਾ ਨੇ ਗਰੀਬ ਪਰਿਵਾਰ ਵਿੱਚ ਮੇਰਾ ਵਿਆਹ ਕਰਵਾ ਦਿੱਤਾ। ਮੇਰੇ ਮਾਤਾ ਪਿਤਾ ਇਸ ਸੰਸਾਰ ਤੋਂ ਚਲੇ ਗਏ ਪਰ ਉਹਨਾਂ ਨੇ ਮੇਰਾ ਵਿਆਹ ਇੱਕ ਜਲਾਦ ਨਾਲ ਕਰਾ ਦਿੱਤਾ। ਉਹ ਮੈਨੂੰ ਕੁੱਟਦਾ ਸੀ। ਹੋਰ ਤਾਂ ਹੋਰ ਮੇਰੇ ਗਰਭਵਤੀ ਹੋਣ ਤੋਂ ਬਾਅਦ ਵੀ ਉਹ ਮੈਨੂੰ ਪਰੇਸ਼ਾਨ ਕਰਦਾ ਰਿਹਾ। ਪਰ ਇੱਕ ਰਾਤ ਮੇਰੇ ਤੇ ਅਸਮਾਨ ਡਿੱਗ ਪਿਆ ਜਦੋਂ ਮੇਰੇ ਪਤੀ ਦੀ ਵੀ ਇੱਕ ਦੁਰਘਟਨਾ ਵਿੱਚ ਮੌਤ ਹੋ ਗਈ। ਉਹ ਜੋ ਵੀ ਸੀ ਉਹ ਮੇਰਾ ਪਤੀ ਸੀ। ਉਸ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਮਕਸਦ ਸਿਰਫ ਸ਼ੁਭਮ ਹੀ ਸੀ। ਮੇਰੇ ਪੁੱਤਰ ਸ਼ੁਭਮ ਦੇ ਜਨਮ ਤੋਂ ਬਾਅਦ ਮੈਂ ਘਰ ਘਰ ਜਾ ਕੇ ਕੰਮ ਕੀਤਾ, ਉਸ ਨੂੰ ਕਾਬਲ ਬਣਾਇਆ ਤੇ ਫਿਰ ਕਿਸੇ ਚੰਗੀ ਥਾਂ ਤੇ ਹੋਸਟਲ ਵਿੱਚ ਭੇਜ ਦਿੱਤੇ। ਮੈਂ ਖੁਦ ਯਤੀਮਖਾਨੇ 'ਚ ਕੰਮ ਕਰਨ ਆ ਗਈ। ਜਿਵੇਂ ਜਿਵੇਂ ਉਹ ਵੱਡਾ ਹੋ ਰਿਹਾ ਸੀ ਉਸ ਦੇ ਖਰਚੇ ਵੀ ਵੱਧਦੇ ਜਾ ਰਹੇ ਸਨ। ਹੁਣ ਮੇਰੀ ਤਨਖਾਹ ਵੀ ਘਟਣ ਲੱਗੀ ਸੀ ਅਤੇ ਫਿਰ ਮੈਂ ਮੌਕੇ ਦਾ ਫਾਇਦਾ ਉਠਾ ਕੇ ਡਬਲ ਕੰਮ ਕਰਨ ਲੱਗ ਪਈ ਅਤੇ ਫਿਰ ਮੈਂ ਉਹਨਾਂ ਕੁੜੀਆਂ
ਕੁੜੀਆਂ ਦੀ ਮਦਦ ਕਰਦੀ ਸੀ ਜੋ ਆਪਣੇ ਬਾਏਫ੍ਰੈਂਡ ਨਾਲ ਭੱਜਣਾ ਚਾਹੁੰਦੀਆਂ ਸਨ ਅਤੇ ਕੋਈ ਬੇਔਲਾਦ ਲੋਕਾਂ ਦੀ ਮਦਦ ਕਰਦੀ ਸੀ। ਮੈਂ ਬੇਔਲਾਦ ਲੋਕਾਂ ਨੂੰ ਬੱਚੇ ਦੇ ਕੇ ਮੋਟੀਆਂ ਰਕਮਾਂ ਲੈਂਦੀ ਸੀ ਕਿਉਂਕਿ ਮੈਡਮ ਬਹੁਤ ਪੁੱਛ ਪੜਤਾਲ ਕਰਨ ਤੋਂ ਬਾਅਦ ਬਿਨਾਂ ਪੈਸੇ ਲਏ ਬੇਔਲਾਦ ਜੋੜਿਆਂ ਨੂੰ ਬੱਚੇ ਗੋਦ ਦੇ ਦਿੰਦੀ ਸੀ। ਪਰ ਮੈਂ ਮੈਡਮ ਤੋਂ ਆਪਣਾ ਰੈਫਰੈਂਸ ਦੇ ਕੇ ਅਤੇ ਉਹਨਾਂ ਤੋਂ ਬਹਾਨਾ ਕਰਕੇ ਦੂਰ ਦਾ ਰਿਸ਼ਤੇਦਾਰ ਜਾਂ ਕੁਝ ਵੀ ਬਹਾਨਾ ਲਾ ਦਿੰਦੀ ਸੀ ਅਤੇ ਮੈਡਮ ਨੂੰ ਬਿਨਾਂ ਦੱਸੇ ਉਸ ਤੋਂ ਪੈਸੇ ਲੈ ਕੇ ਬੱਚੇ ਗੋਦ ਦੇਣ ਲੱਗੀ। ਮੈਂ ਇਸ ਤਰ੍ਹਾਂ ਹੀ ਗੁਜ਼ਾਰਾ ਕਰਦੀ ਰਹੀ। ਮੇਰੀ ਗੱਲ ਸੁਣ ਕੇ ਪੁਲਿਸ ਕਾਂਸਟੇਬਲ ਹੱਸਣ ਲੱਗ ਪਈ। ਭਾਈ ਉੱਠ ਦੇ ਮੂੰਹ ਵਿੱਚ ਜੀਰਾ, ਅਸੀਂ ਇਸ ਨੂੰ ਕਿਸੇ ਹੋਰ ਅਪਰਾਧ ਵਿੱਚ ਗ੍ਰਿਫਤਾਰ ਕੀਤਾ ਸੀ ਅਤੇ ਇੱਥੇ ਇਸ ਨੇ ਆਪਣੇ ਅਪਰਾਧ ਦਾ ਪਿਟਾਰਾ ਖੁਦ ਖੋਲ ਦਿੱਤਾ। ਮੈਂ ਸੁਣ ਕੇ ਹੈਰਾਨ ਰਹਿ ਗਈ ਕਿ ਇਹ ਮੈਡਮ ਕੀ ਕਹਿ ਰਹੀ ਹੈ। ਉਹ ਮੇਰੇ ਕਿਸ ਅਪਰਾਧ ਦੀ ਗੱਲ ਕਰ ਰਹੀ ਹੈ। ਮੈਂ ਝੱਟ ਕਿਹਾ, ਕੀ ਕਹਿ ਰਹੇ? ਮੈਂ ਮੰਨਦੀ ਹਾਂ ਕਿ ਮੈਂ ਕਈ ਅਤਿਆਚਾਰ ਕੀਤੇ ਹਨ, ਕਈ ਗਲਤ ਕੰਮ ਕੀਤੇ ਹਨ, ਪਰ ਇਸ ਤੋਂ ਇਲਾਵਾ ਮੈਂ ਹੋਰ ਕਿਹੜੇ ਗਲਤ ਕੰਮ ਕੀਤੇ ਹਨ ਜਿਨ੍ਹਾਂ ਬਾਰੇ ਮੈਨੂੰ ਪਤਾ ਵੀ ਨਹੀਂ ਹੈ। ਮੇਰੀਆਂ ਗੱਲਾਂ ਸੁਣ ਕੇ ਉਹ ਹੱਸ ਪਈ ਤੇ ਬੋਲੀ, ਅੱਛਾ ਤੈਨੂੰ ਨਹੀਂ ਪਤਾ, ਤੈਨੂੰ ਇੱਥੇ ਕਿਉਂ ਲਿਆਂਦਾ ਗਿਆ ਹੈ? ਆਓ ਮੈਂ ਤੁਹਾਨੂੰ ਦਿਖਾਵਾਂ ਕਿ ਤੁਸੀਂ ਕੀ ਕੀਤਾ ਹੈ। ਉਹ ਮੈਨੂੰ ਕਮਰੇ ਦੇ ਅੰਦਰ ਲੈ ਗਈ ਤੇ ਕੈਮਰੇ ਦੀ ਰਿਕਾਰਡਿੰਗ ਦਿਖਾਉਣ ਲੱਗੀ। ਇੱਕ ਪਲ ਲਈ ਮੈਂ ਸੋਚਣ ਲੱਗੀ ਕਿ ਮੈਂ ਤਾਂ ਉਹਨਾਂ ਕੁੜੀਆਂ ਨੂੰ ਭਜਾਉਣ ਤੋਂ ਪਹਿਲਾਂ ਕੈਮਰੇ ਬੰਦ ਕਰ ਦਿੱਤੇ ਸਨ, ਫਿਰ ਉਹ ਮੈਨੂੰ ਕੀ ਦਿਖਾਉਣ ਲਈ ਲੈ ਕੇ ਆਈ ਹੈ। ਪਰ ਮੈਂ ਉਹ ਰਿਕਾਰਡਿੰਗ ਦੇਖ ਕੇ ਹੈਰਾਨ ਰਹਿ ਗਈ। ਉਹ ਰਿਕਾਰਡਿੰਗ ਉਸ ਸਮੇਂ ਦੀ ਸੀ ਜਦੋਂ ਮੈਂ ਸਫਾਈ ਕਰਦੇ ਸਮੇਂ ਬੈਗ ਵਿੱਚ ਬੇਕਾਰ ਸਮਾਨ ਭਰ ਰਹੀ ਸੀ। ਮੈਂ ਸੋਚਿਆ ਬਸ ਇੰਨੀ ਹੀ ਗੱਲ ਹੈ ਜਿਸ ਨੂੰ ਇਹ ਲੋਕ ਜ਼ੁਲਮ ਕਹਿ ਰਹੇ ਹਨ। ਮੈਂ ਇੰਨੇ ਵੱਡੇ ਅਪਰਾਧ ਕੀਤੇ ਹਨ, ਉਸ ਦੇ ਸਾਹਮਣੇ ਪੁਲਿਸ ਵਾਲਿਆਂ ਨੂੰ ਇਹ ਜ਼ੁਲਮ ਲੱਗ ਰਿਹਾ ਹੈ। ਪਰ ਇਸ ਕੈਮਰੇ ਦੀ ਰਿਕਾਰਡਿੰਗ ਦਿਖਾ ਕੇ ਪੁਲਿਸ ਕਾਂਸਟੇਬਲ ਕਹਿਣ ਲੱਗੀ, ਮੈਡਮ ਜੀ ਹੋ ਗਈ ਨਾ ਬੋਲਤੀ ਬੰਦ, ਇਹ ਦੇਖੋ ਆਪਣੀਆਂ ਹਰਕਤਾਂ। ਕਹਿੰਦੇ ਕਹਿੰਦੇ ਰੁਕ ਗਈ। ਕੀ ਤੁਸੀਂ ਲੋਕ ਪਾਗਲ ਹੋ? ਫਿਰ ਮੈਂ ਕਿਹਾ, ਮੈਂ ਤੁਹਾਨੂੰ ਇੱਕ ਆਦਮੀ ਦਾ ਪਤਾ ਦੇਵਾਂਗੀ, ਤੁਹਾਨੂੰ ਸਾਰਾ ਸੱਚ ਪਤਾ ਲੱਗ ਜਾਵੇਗਾ, ਫਿਰ ਤੁਸੀਂ ਮੇਰੇ ਨਾਲ ਜੋ ਚਾਹੇ ਕਰ ਸਕਦੇ ਹੋ। ਉੱਥੋਂ ਪੁਲਿਸ ਮੇਰੇ ਦੱਸੇ ਪਤੇ ਤੇ ਪਹੁੰਚ ਗਈ ਅਤੇ ਉਸ ਲੜਕੇ ਦੀ ਭਾਲ ਸ਼ੁਰੂ ਕਰ ਦਿੱਤੀ। ਮੇਰੇ ਮਨ ਵਿੱਚ ਇਹ ਸਾਰੇ ਖਿਆਲ ਆ ਰਹੇ ਸਨ ਕਿ ਉਹ ਮੁੰਡਾ ਮੇਰੇ ਕੋਲ ਬਾਰ-ਬਾਰ ਆਉਂਦਾ ਅਤੇ ਮੈਂ ਉਸ ਨੂੰ ਚੀਜ਼ਾਂ ਵੇਚਦੀ, ਪਰ ਜੋ ਚੀਜ਼ਾਂ ਉਸਨੇ ਉਸ ਨੂੰ ਵੇਚੀਆਂ ਉਹ ਪੁਰਾਣੇ ਭਾਂਡੇ, ਪੁਰਾਣੇ ਕੱਪੜੇ, ਪੁਰਾਣੇ ਗਹਿਣੇ ਜੋ ਉਹ ਗਰੀਬ ਅਤੇ ਅਨਾਥ ਕੁੜੀਆਂ ਇੱਥੇ ਜਾਣ ਤੋਂ ਪਹਿਲਾਂ ਉਹ ਚੀਜ਼ਾਂ ਕੂੜੇ ਵਿੱਚ ਸੁੱਟ ਦਿੰਦੀਆਂ ਸੀ। ਖੈਰ ਇਸ ਵਿੱਚ ਕਿਸ ਤਰ੍ਹਾਂ ਦੀ ਚੋਰੀ ਹੈ ਅਤੇ ਉਸ ਦਿਨ ਉਹ ਸਕ੍ਰੈਪ ਡੀਲਰ ਮੈਨੂੰ ਕੀ ਦੱਸਣਾ ਚਾਹੁੰਦਾ ਸੀ ਅਤੇ ਉਹ ਅਜਾਇਬ ਘਰ ਬਾਰੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਮੈਂ ਬੇਸ਼ੱਕ ਕੁੜੀਆਂ ਦੀ ਭੱਜਣ ਵਿੱਚ ਮਦਦ ਕੀਤੀ ਸੀ ਅਤੇ ਕੁਝ ਬੇਔਲਾਦ ਜੋੜਿਆਂ ਨੂੰ ਪੈਸਿਆਂ ਦੀ ਖਾਤਰ ਬੱਚੇ ਗੋਦ ਲੈਣ ਲਈ ਮਿਲਵਾਈ ਸੀ, ਪਰ ਉਸ ਦਿਨ ਮੇਰੇ ਮਨ ਵਿੱਚ ਆਇਆ ਕਿ ਜਿਸ ਕਬਾੜੀਏ ਨੇ ਮੈਨੂੰ ਪੈਸਿਆਂ ਨਾਲ ਭਰਿਆ ਬੈਗ ਦਿੱਤਾ ਸੀ, ਉਹਨਾਂ ਬੇਕਾਰ ਕੱਪੜਿਆਂ ਅਤੇ ਬਰਤਨਾਂ ਵਿੱਚ ਅਜਿਹਾ ਕੀ ਸੀ। ਮੈਂ ਇਹ ਸਭ ਸੋਚ ਹੀ ਰਹੀ ਸੀ। ਇੰਨੇ ਵਿੱਚ ਪੁਲਿਸ ਵਾਲੇ ਉਸ ਸਕ੍ਰੈਪ ਡੀਲਰ ਲੜਕੇ ਨੂੰ ਗ੍ਰਿਫਤਾਰ ਕਰਕੇ ਲੈ ਆਏ। ਮੈਂ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਦਿਨ ਵਾਂਗ ਉਹ ਸੂਟ ਬੂਟ ਵਿੱਚ ਸੀ, ਚੰਗੇ ਬ੍ਰਾਂਡ ਦੇ ਜੁੱਤੇ ਪਾਏ ਹੋਏ ਸਨ ਅਤੇ ਬਹੁਤ ਅਮੀਰ ਲੱਗ ਰਿਹਾ ਸੀ। ਮੇਰੇ ਮੂੰਹੋਂ ਇਹ ਨਿਕਲਿਆ ਕਿ ਇਹ ਤਾਂ ਸਕ੍ਰੈਪ ਡੀਲਰ ਹੈ। ਮੇਰੀਆਂ ਗੱਲਾਂ ਤੇ ਸਾਰੇ ਹੱਸ ਪਏ। ਪੁਲਿਸ ਕਾਂਸਟੇਬਲ ਨੇ ਮੇਰੇ ਅਤੇ ਉਸ ਦੇ ਮੂੰਹ ਤੇ ਥੱਪੜ ਮਾਰਿਆ ਅਤੇ ਕਿਹਾ ਕਿ ਤੁਸੀਂ ਦੋਵੇਂ ਆਪਣੇ ਆਪ ਨੂੰ ਬਹੁਤ ਹੁਸ਼ਿਆਰ ਸਮਝਦੇ ਹੋ, ਮੈਨੂੰ ਪਾਗਲ ਬਣਾ ਰਹੇ ਹੋ। ਮੈਂ ਬਹੁਤ ਸ਼ਰਮਿੰਦਾ ਸੀ ਕਿਉਂਕਿ ਮੈਨੂੰ ਸਾਰਿਆਂ ਦੇ ਸਾਹਮਣੇ ਜਲੀਲ ਕੀਤਾ ਜਾ ਰਿਹਾ ਸੀ, ਪਰ ਹੌਲੀ-ਹੌਲੀ ਮੇਰਾ ਦਿਮਾਗ ਕੰਮ ਕਰਨ ਲੱਗਾ। ਜਦੋਂ ਕੈਮਰੇ ਦੀ ਤਸਵੀਰ ਸਾਨੂੰ ਦੋਵਾਂ ਨੂੰ ਦਿਖਾਈ ਜਾ ਰਹੀ ਸੀ ਤਾਂ ਮੇਰੇ ਮਨ ਵਿੱਚ ਉੱਠ ਰਹੇ ਸਾਰੇ ਸਵਾਲਾਂ ਦੇ ਜਵਾਬ ਮਿਲ ਰਹੇ ਸਨ, ਜਿਸ ਵਿੱਚ ਇੱਕ ਬਹੁਤ ਵੱਡੀ ਆਲੀਸ਼ਾਨ ਇਮਾਰਤ ਸੀ। ਮੈਨੂੰ ਯਾਦ ਆਇਆ ਕਿ ਇਹ ਉਹੀ ਅਜਾਇਬ ਘਰ ਸੀ ਜਿੱਥੇ ਮੈਂ ਉਸ ਦਿਨ ਉਹ ਕਬਾੜੀਏ ਨੂੰ ਦੇਖਿਆ ਸੀ ਅਤੇ ਮੇਰੀਆਂ ਅੱਖਾਂ ਖੁੱਲ੍ਹਦਿਆਂ ਹੀ ਪਰ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ। ਮੇਰੇ ਦੁਆਰਾ ਵੇਚੇ ਗਏ ਫਾਲਤੂ ਸਮਾਨ ਅਤੇ ਪੁਰਾਣੇ ਭਾਂਡਿਆਂ ਨੂੰ 100 ਪੀਸ ਵਿੱਚ ਸਜਾਇਆ ਗਿਆ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਉਹੀ ਭਾਂਡੇ ਸੀ ਜਿਨ੍ਹਾਂ ਨੂੰ ਮੈਂ ਸਾਲਾਂ ਤੋਂ ਇਸ ਅਨਾਥ ਆਸ਼ਰਮ ਵਿੱਚ ਦੇਖਦੀ ਆ ਰਹੀ ਹਾਂ। ਮੈਂ ਉਹਨਾਂ ਨੂੰ ਪਾਲਿਸ਼ ਕੀਤਾ ਚਮਕਦਾਰ ਦੇਖ ਰਹੀ ਸੀ, ਜਿਵੇਂ ਉਹ ਬਹੁਤ ਹੀ ਬ੍ਰਾਂਡਡ ਭਾਂਡੇ ਹੋਣ। ਇਹ ਦੇਖ ਕੇ ਮੈਂ ਸਕ੍ਰੈਪ ਡੀਲਰ ਨੂੰ ਕਿਹਾ ਕਿ ਇਹ ਭਾਂਡੇ ਅਨਾਥ ਆਸ਼ਰਮ ਦੇ ਹਨ। ਉਹ ਮੇਰੇ ਵੱਲ ਦੇਖਣ ਲੱਗਾ। ਇਸ ਦੌਰਾਨ
ਪੁਲਿਸ ਕਾਂਸਟੇਬਲ ਨੇ ਮੇਰੇ ਵੱਲ ਦੇਖਿਆ ਅਤੇ ਕਿਹਾ, ਹਾਂ ਹੁਣ ਮੈਨੂੰ ਯਾਦ ਆਇਆ ਕਿ ਤੁਸੀਂ ਕਿਹੜਾ ਅਪਰਾਧ ਕੀਤਾ ਹੈ। ਤੁਸੀਂ ਇਸ ਕੁੜੀ ਨਾਲ ਮਿਲ ਕੇ ਅਨਾਥ ਆਸ਼ਰਮ ਚੋਂ ਅਜੇ ਕੀਮਤੀ ਭਾਂਡੇ ਚੋਰੀ ਕਰਕੇ ਅਜਾਇਬ ਘਰ ਵਿੱਚ ਪ੍ਰਦਰਸ਼ਿਤ ਕੀਤੇ ਹਨ। ਇਹ ਅਜਾਇਬ ਘਰ ਤੁਸੀਂ ਕਦੋਂ ਖੋਲਿਆ ਅਤੇ ਤੁਸੀਂ ਕਿੰਨੇ ਸਾਲਾਂ ਤੋਂ ਇਸ ਤੇ ਕੰਮ ਕਰ ਰਹੇ? ਇਹ ਸੁਣ ਕੇ ਮੈਂ ਦੰਗ ਰਹਿ ਗਈ। ਮੈਂ ਪੁਲਿਸ ਕਾਂਸਟੇਬਲ ਅੱਗੇ ਹੱਥ ਜੋੜ ਕੇ ਕਿਹਾ ਕਿ ਮੈਂ ਕੋਈ ਜੁਰਮ ਨਹੀਂ ਕੀਤਾ। ਮੈਨੂੰ ਨਹੀਂ ਪਤਾ ਸੀ ਕਿ ਇਹ ਕਬਾੜੀ ਹੈ। ਮੇਰੀ ਪਿੱਠ ਪਿੱਛੇ ਕੀ ਕਰ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਉਹ ਗਰੀਬ ਕੁੜੀਆਂ ਇੰਨੀਆਂ ਕੀਮਤੀ ਚੀਜ਼ਾਂ ਕੂੜੇ ਵਿੱਚ ਸੁੱਟ ਦਿੰਦੀਆਂ ਹਨ ਅਤੇ ਉਹ ਇੰਨੀਆਂ ਮਹਿੰਗੀਆਂ ਵੀ ਹੋ ਸਕਦੀਆਂ ਹਨ। ਮੈਂ ਉਹਨਾਂ ਨੂੰ ਸਧਾਰਨ ਭਾਂਡੇ ਹੀ ਸਮਝਦੀ ਸੀ। ਹਾਂ, ਮੈਂ ਸਿਰਫ ਇਹ ਜਾਣਦੀ ਹਾਂ ਕਿ ਕਈ ਸਾਲ ਪਹਿਲਾਂ ਇੱਕ ਅਮੀਰ ਆਦਮੀ ਬਹੁਤ ਸਾਰੇ ਭਾਂਡੇ ਮੈਡਮ ਨੂੰ ਵਰਤੋਂ ਲਈ ਅਨਾਥ ਆਸ਼ਰਮ ਦੇ ਕੇ ਗਿਆ ਸੀ, ਪਰ ਪਤਾ ਨਹੀਂ ਇਹਨਾਂ ਭਾਂਡਿਆਂ ਪਿੱਛੇ ਇੰਨਾ ਵੱਡਾ ਰਾਹ ਛੁਪਿਆ ਹੋਇਆ ਸੀ। ਪੁਲਿਸ ਮੇਰੀ ਗੱਲ ਤੇ ਵਿਸ਼ਵਾਸ ਨਹੀਂ ਕਰ ਰਹੀ ਸੀ। ਉਹ ਮਹਿਸੂਸ ਕਰ ਰਹੇ ਸਨ ਕਿ ਮੈਂ ਸਕ੍ਰੈਪ ਡੀਲਰ ਹੋਣ ਦੇ ਬਹਾਨੇ ਇਹ ਸਭ ਕਰ ਰਹੀ ਹਾਂ। ਮੈਂ ਉਹ ਵਪਾਰੀ ਨੂੰ ਮਹਿੰਗੇ ਭਾਂਡੇ ਵੇਚਦੀ ਰਹੀ ਅਤੇ ਉਹ ਉਹਨਾਂ ਭਾਂਡਿਆਂ ਦਾ ਅਮੀਰ ਲੋਕਾਂ ਤੋਂ ਮੂੰਹ ਮੰਗੀ ਰਕਮ ਲੈਂਦਾ ਰਿਹਾ। ਇੰਨੇ ਸਾਲਾਂ ਤੱਕ ਅਨਾਥ ਆਸ਼ਰਮ ਵਿੱਚ ਕੰਮ ਕਰਦੇ ਹੋਏ ਮੈਨੂੰ ਨਹੀਂ ਪਤਾ ਸੀ ਕਿ ਇਹਨਾਂ ਐਂਟੀ ਬਰਤਨਾਂ ਦੇ ਇੱਕ ਟੁਕੜੇ ਦੀ ਕੀਮਤ ਬਾਜ਼ਾਰ ਵਿੱਚ 2 ਕਰੋੜ ਰੁਪਏ ਹੋਵੇਗੀ। ਪਰ ਕੁਝ ਹੀ ਦਿਨਾਂ ਵਿੱਚ ਸਕ੍ਰੈਪ ਡੀਲਰ ਇਸ ਦਾ ਫਾਇਦਾ ਉਠਾ ਕੇ ਅਮੀਰ ਬਣ ਗਿਆ। ਪਰ ਮੈਨੂੰ ਆਪਣੇ ਗੁਨਾਹ ਦਾ ਪਤਾ ਵੀ ਨਹੀਂ ਸੀ। ਮੈਂ ਜਾਣੇ ਅਣਜਾਣੇ ਵਿੱਚ ਇਹ ਗੁਨਾਹ ਕਰਦੀ ਚਲੀ ਗਈ ਅਤੇ ਉਹ ਆਦਮੀ ਚੁੱਪਚਾਪ ਬੈਠਾ ਰਿਹਾ ਅਤੇ ਪੁਲਿਸ ਕਾਂਸਟੇਬਲ ਨੇ ਫਿਰ ਮੈਨੂੰ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਜਿੱਥੇ ਕੰਮ ਕੀਤਾ ਉੱਥੇ ਇੰਨੇ ਵੱਡੇ ਅਪਰਾਧ ਕੀਤੇ ਹਨ। ਇਸ ਦੌਰਾਨ ਉਸ ਆਦਮੀ ਨੇ ਕਿਹਾ ਕਿ ਤੁਸੀਂ ਸਾਰੇ ਰੁਕ ਜਾਓ, ਬਹੁਤ ਹੋ ਗਿਆ। ਇਹ ਔਰਤ ਪੂਰੀ ਤਰ੍ਹਾਂ ਬੇਕਸੂਰ ਹੈ ਅਤੇ ਜੋ ਵੀ ਹੋਇਆ ਉਸ ਲਈ ਮੈਂ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ। ਇਹ ਕਹਾਣੀ ਮੇਰੇ ਤੋਂ ਸ਼ੁਰੂ ਹੋਈ। ਮੈਨੂੰ ਇਸ ਔਰਤ ਦਾ ਪਤਾ ਸੀ ਕਿ ਇਹ ਲੋੜਵੰਦ ਹੈ ਅਤੇ ਪੈਸੇ ਲਈ ਕੁਝ ਵੀ ਕਰਨ ਲਈ ਤਿਆਰ ਹੈ। ਪਰ ਪਹਿਲੀ ਵਾਰ ਜਦੋਂ ਮੈਂ ਇਸ ਤੋਂ ਸਕ੍ਰੈਪ ਆਈਟਮ ਦਾ ਸਮਾਨ ਖਰੀਦਿਆ ਤਾਂ ਮਾਰਕੀਟ ਵਿੱਚ ਮੈਨੂੰ ਉਸ ਦੀ ਮੂੰਹ ਮੰਗੀ ਰਕਮ ਮਿਲਣ ਲੱਗੀ। ਫਿਰ ਮੈਨੂੰ ਇਹਨਾਂ ਭਾਂਡਿਆਂ ਦੀ ਕੀਮਤ ਦਾ ਪਤਾ ਲੱਗਾ ਕਿ ਇਹ ਭਾਂਡੇ ਕਈ ਸਾਲ ਪੁਰਾਣੇ ਹਨ ਅਤੇ ਲੋਕ ਇਹਨਾਂ ਨੂੰ ਬਹੁਤ ਸਾਰੇ ਪੈਸੇ ਦੇ ਕੇ ਵੀ ਖਰੀਦਣ ਲਈ ਤਿਆਰ ਹਨ। ਮੈਂ ਆਪਣਾ ਅਜਾਇਬ ਘਰ ਬਣਾਇਆ ਅਤੇ ਇਹਨਾਂ ਭਾਂਡਿਆਂ ਨੂੰ ਪ੍ਰਦਰਸ਼ਿਤ ਕੀਤਾ। ਕੁਝ ਹੀ ਸਮੇਂ ਵਿੱਚ ਇਹ ਭਾਂਡੇ ਵਿਕਣ ਲੱਗ ਪਏ ਅਤੇ ਮੈਂ ਆਪਣਾ ਕੰਮ ਜਾਰੀ ਰੱਖਿਆ। ਅਤੇ ਫਿਰ ਜਦੋਂ ਮੈਨੂੰ ਇਸ ਔਰਤ ਦਾ ਖਿਆਲ ਆਇਆ ਤਾਂ ਮੈਂ ਇਸ ਨੂੰ ਦੱਸਣਾ ਚਾਹਿਆ ਅਤੇ ਇਸ ਔਰਤ ਨੂੰ ਹਿੱਸਾ ਵੀ ਦੇ ਦਿੱਤਾ, ਪਰ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਉਹ ਇਸ ਸਭ ਤੋਂ ਪੂਰੀ ਤਰ੍ਹਾਂ ਅਣਜਾਣ ਸੀ। ਪਰ ਜਦੋਂ ਮੈਂ ਉਸ ਨੂੰ ਇਹ ਸਭ ਦੱਸਣ ਵਾਲਾ ਸੀ, ਇਸ ਦੌਰਾਨ ਉਸ ਨੂੰ ਫੜ ਲਿਆ ਗਿਆ। ਉਸ ਲੜਕੇ ਦੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਮੈਨੂੰ ਰਿਹਾ ਕਰ ਦਿੱਤਾ ਅਤੇ ਮੇਰਾ ਲਾਇਸੈਂਸ ਰੀਨਿਊ ਕਰਨ ਦੀ ਇਜਾਜ਼ਤ ਦੇ ਦਿੱਤੀ। ਮੈਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਸਭ ਤੋਂ ਪਹਿਲਾਂ ਮੈਂ ਅਨਾਥ ਆਸ਼ਰਮ ਵੱਲ ਭੱਜੀ ਅਤੇ ਉੱਥੇ ਪਹੁੰਚ ਕੇ ਮੈਡਮ ਅਤੇ ਉੱਥੋਂ ਮੌਜੂਦ ਸਟਾਫ ਤੋਂ ਹੱਥ ਜੋੜ ਕੇ ਮਾਫੀ ਮੰਗਣ ਲੱਗੀ। ਪੈਸੇ ਦੇ ਲਾਲਚ ਨੇ ਮੈਨੂੰ ਇਸ ਅੰਜਾਮ ਤੱਕ ਪਹੁੰਚਾਇਆ ਸੀ ਕਿ ਮੈਂ ਇਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਇੰਨੀ ਡਿੱਗ ਜਾਵਾਂਗੀ। ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੈਂ ਆਪਣੇ ਪੁੱਤਰ ਦੇ ਪਿਆਰ ਅਤੇ ਪੈਸੇ ਦੇ ਲਾਲਚ ਕਾਰਨ ਜਾਣੇ ਅਣਜਾਣੇ ਵਿੱਚ ਮੁਸੀਬਤ ਆਪਣੇ ਸਿਰ ਲੈਂਦੀ ਰਹੀ ਅਤੇ ਇੱਕ ਨਾ ਇੱਕ ਦਿਨ ਇਸ ਦਾ ਭਾਰ ਨਾ ਝੱਲਦੀ ਹੋਈ ਮੈਂ ਜ਼ਮੀਨ ਤੇ ਡਿੱਗ ਪਈ। ਜਦੋਂ ਸਾਰੇ ਸਟਾਫ ਅਤੇ ਮੈਡਮ ਨੇ ਮੇਰੀ ਗਰੀਬੀ ਦੀ ਕਹਾਣੀ ਸੁਣੀ ਤਾਂ ਸਾਰਿਆਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਸਾਰਿਆਂ ਨੇ ਮੈਨੂੰ ਮਾਫ ਕਰ ਦਿੱਤਾ। ਇਸ ਸਭ ਤੋਂ ਬਾਅਦ ਮੈਡਮ ਨੇ ਮੇਰੀ ਤਨਖਾਹ ਥੋੜੀ ਵਧਾ ਦਿੱਤੀ ਤਾਂ ਜੋ ਮੈਂ ਆਪਣੇ ਬੇਟੇ ਸ਼ੁਭਮ ਦੇ ਖਰਚੇ ਨੂੰ ਆਸਾਨੀ ਨਾਲ ਪੂਰਾ ਕਰ ਸਕਾਂ। ਮੈਂ ਆਪਣੀ ਨੌਕਰੀ ਪੂਰੀ ਇਮਾਨਦਾਰੀ ਨਾਲ ਜਾਰੀ ਰੱਖੀ ਅਤੇ ਮੈਂ ਜ਼ਿੰਦਗੀ ਤੋਂ ਇਹ ਸਬਕ ਸਿੱਖਿਆ ਸੀ ਕਿ ਪੈਸੇ ਦਾ ਲਾਲਚ ਇਹ ਤੁਹਾਨੂੰ ਕੁਝ ਸਮੇਂ ਲਈ ਖੁਸ਼ੀਆਂ ਤਾਂ ਦਿੰਦਾ ਹੈ, ਪਰ ਦੁਨੀਆ ਦੀਆਂ ਨਜ਼ਰਾਂ ਵਿੱਚ ਤੁਹਾਡੀ ਬੇਇੱਜ਼ਤੀ ਕਰਦਾ ਹੈ। ਦੋਸਤੋ, ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ, ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਹਾਂ, ਨੋਟੀਫਿਕੇਸ਼ਨ ਘੰਟੀ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।